ਸਦਰਾਂ ਤੋਂ ਸੱਚ ਤੱਕ, ਗੀਤਾਂ ਤੋਂ ਸਜਦਿਆਂ ਤੱਕ ਤੇ ਲਫ਼ਜ਼ਾਂ ਤੋਂ ਚੁੱਪ ਤੱਕ ਦਾ ਸਫ਼ਰ ਗੁਰਦਾਸ ਮਾਨ ਨਾਲ ਸਮੇਂ ਦੇ ਪਾਰ ਦਾ ਹੈ। ਪਿਛਲੇ ਹਫਤੇ ਦੀ ਮੁਲਾਕਾਤ ਨੂੰ ਇੱਕ ਹੋਰ ਮੁਕਾਮ ਚੁੰਮਦਿਆਂ ਵੇਖਦੇ ਹਾਂ। ਬਿਟਵੀਨ ਅਸ। ਤੁਸੀਂ ਬਹੁਤ ਲੱਕੀ ਰਹੇ ਹੋ ਕਿ ਤੁਹਾਨੂੰ ਆਪਣੇ ਪੀਰ ਜਿਹੜੇ ਨਕੋਦਰ ਵਾਲੇ ਸੀਗੇ, ਤੁਹਾਨੂੰ ਆਪਣੇ ਗੁਰੂ ਮਿਲੇ, ਤੁਸੀਂ ਉਹਨਾਂ ਨੂੰ ਗੁਰੂ ਮੰਨ ਸਕੇ। ਗੁਰੂ ਲਾਦੋ ਰਹੇ। ਹਾਂਜੀ, ਗੁਰੂ ਬਿਨਾਂ ਕਰਮਾਂ ਦੇ ਨਹੀਂ ਹਾਸਿਲ ਹੁੰਦਾ ਹੈ, ਔਰ ਫਿਰ ਸਤਿਗੁਰੂ ਤਾਂ ਬਿਲਕੁਲ ਵੀ ਨਹੀਂ। ਬਿਨ ਕਰਮਾਂ ਕਿਛ ਪਾਈਏ ਨਹੀਂ, ਜੇ ਬਹੁਤ ਤੇਰਾ ਤਾਬ ਹੈ ਜੀ। ਸੋ ਮੇਰੇ ਧੰਨ ਭਾਗ, ਮੇਰੇ ਵਰਗੇ ਉਹਨਾਂ ਮੁਰੀਦਾਂ ਦੇ ਧੰਨ ਭਾਗ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਦਾ ਆਨੰਦ ਮਾਣਿਆ। ਹਰ ਗੱਲ ਦੇ ਵਿੱਚ ਇੱਕ ਰਮਜ਼ ਹੁੰਦੀ ਸੀ, ਫਕੀਰ ਦੀ ਰਮਜ਼ ਹੀ ਹੁੰਦੀ, ਇੱਕੋ ਸ਼ਬਦ ਦੇ ਵਿੱਚ ਗੱਲ ਕਰਨਾ। ਇੱਕ ਮੁੰਡਾ ਆਇਆ ਸਾਡੇ ਬੈਠੇ ਤੇ ਪੂਰਾ ਪਹਿਲਵਾਨ, ਬਹੁਤ ਖੂਬਸੂਰਤ ਪਹਿਲਵਾਨ। ਉਹ ਇਹ ਕਹਿੰਦੇ ਪਹਿਲਵਾਨੀ ਸ਼ਕੀਨੀ ਦੀ ਹੁੰਦੀ ਹੈ ਕਿ ਯਕੀਨੀ ਦੀ ਹੁੰਦੀ ਹੈ? ਕਿ ਜਿੰਨੇ ਵੀ ਪੁਰਾਣੇ ਜਿੰਨੇ ਤੁਸੀਂ ਪਹਿਲਵਾਨ ਦੇਖਦੇ ਹੋ, ਉਹ ਆਪਣੇ ਆਪ ਨੂੰ ਦਖ ਨਹੀਂ ਦਿੰਦੇ ਨਜ਼ਰਾਂ ਤੋਂ ਬਚਣ ਵਾਸਤੇ। ਨਜ਼ਰ ਪੱਥਰ ਨੂੰ ਕਹਿੰਦੇ ਪਾੜ ਦਿੰਦੀ ਹੈ। ਤੇ ਹੁਣ ਇਹ ਚੀਜ਼ ਇਹ ਜਿਹੜੀ ਦਿਖਾਵਾ ਵਾਲਾ ਜ਼ਿਆਦਾ ਆ ਗਿਆ। ਪਹਿਲਾਂ ਦੋ ਪਹਿਲਵਾਨ ਸਿਰਫ ਜਦੋਂ ਅਖਾੜੇ ਦੇ ਵਿੱਚ ਉਤਰਦੇ ਸੀਗੇ, ਉਸ ਵੇਲੇ ਕੱਪੜੇ ਲਾ ਕੇ ਉਦੋਂ ਪਤਾ ਲੱਗਦਾ ਸੀ ਕਿ ਐਡਾ ਖਰਾ ਸੋਹਣਾ। ਸੋ ਉਹਨੂੰ ਸਮਝਾ ਗਏ ਕਿ ਯਕੀਨੀ ਦੀ ਹੈ ਕਿ ਸ਼ਕੀਨੀ ਦੀ ਹੈ ਜੀ। ਕਿ ਯਕੀਨੀ ਹੈ ਤੇ ਅੰਦਰ ਰੱਖ, ਸ਼ਕੀਨੀ ਹੈ ਤੇ ਫਿਰ ਦਿਖਾਉਂਦਾ ਰਹੇ। ਤੁਹਾਨੂੰ ਪਲ ਯਾਦ ਹੈ ਜਦੋਂ ਤੁਸੀਂ ਪਹਿਲੀ ਵਾਰ ਉਹਨਾਂ ਨੂੰ ਮਿਲੇ ਸੀ ਔਰ ਤੁਹਾਨੂੰ ਅਹਿਸਾਸ ਹੋਇਆ ਕਿ ਹਾਂ ਇਹ ਮੁਰਸ਼ਿਦ ਹੈ? ਬਿਲਕੁਲ ਬਿਲਕੁਲ। ਪਾਣੀ ਪੀਏ ਛਾਣ ਕੇ ਤੇ ਗੁਰੂ ਬਣਾਈਏ ਜਾਣ ਕੇ ਜੀ। ਮੈਨੂੰ ਯਾਦ ਹੈ ਸਾਡੇ ਸੁਰਿੰਦਰ ਛਿੰਦਾ ਜੀ, ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਹਾਂ ਔਰ ਬਹੁਤ ਹਮੇਸ਼ਾ ਰਹੂਗੀ, ਕਿਉਂਕਿ ਉਹਨਾਂ ਦੇ ਜ਼ਰੀਏ ਮੈਂ ਗੁਰੂ ਨੂੰ ਮਿਲੇ। ਅੱਛਾ। ਫੋਨ ਆਇਆ ਮੈਨੂੰ, ਕਹਿੰਦੇ ਯਾਰ ਸਾਡੇ ਬਾਬਾ ਜੀ ਬਹੁਤ ਯਾਦ ਕਰਦੇ। ਮੈਂ ਕਿਹਾ ਬਾਬਾ ਜੀ? ਕਹਿੰਦੇ ਸਾਡੇ ਸਾਈਂ ਜੀ ਨਕੋਦਰ। ਮੈਂ ਕਿਹਾ ਜੀ ਉਹਨਾਂ ਦੀ ਮਰਜ਼ੀ ਹੋਈ ਤਾਂ ਜਦੋਂ ਮਰਜ਼ੀ ਬੁਲਾ ਲੈਣ ਜੀ। ਮੇਰੇ ਮੂੰਹ ਚੋਂ ਸਹਿਜ ਦੇ ਵਿੱਚ, ਕਿਉਂਕਿ ਹੈ ਵੀ ਗੱਲ ਕਿ ਜਦ ਤੱਕ ਉਹਨਾਂ ਦੀ ਮਰਜ਼ੀ ਨਹੀਂ ਤੁਸੀਂ ਜਾ ਹੀ ਨਹੀਂ ਸਕਦੇ, ਕਿਸੇ ਦਰਬਾਰ ਦੇ ਵਿੱਚ ਨਹੀਂ ਵੜ ਸਕਦੇ। ਜੇ ਤੁਸੀਂ ਚੱਲੇ ਵੀ ਹੋ ਦਰਬਾਰ ਦੇ ਵਿੱਚ ਫਿਰ ਵੀ ਹੁਕਮ ਨਹੀਂ ਹੋ ਸਕਦਾ ਜਾਣ ਦਾ। ਪਹੁੰਚ ਵੀ ਗਏ ਤੇ ਉੱਥੇ ਨਿਗਾਹ ਨਹੀਂ ਮਿਲਣ ਦੇਣੀ ਕਿਸੇ। ਸੋ ਮੈਂ ਕਿਹਾ ਜੀ ਉਹ ਤਾਂ ਉਹਨਾਂ ਦੀ ਆਵਾਜ਼ ਜਦੋਂ ਵੱਜੇਗੀ ਤੇ ਉਦੋਂ ਚੱਲਾਂਗੇ। ਉਹ 2-3 ਮਹੀਨੇ ਬਾਅਦ ਰਾਤ ਨੂੰ ਮੈਂ ਸੁੱਤਾ ਪਿਆ, ਰਾਤ ਨੂੰ ਸੁਪਨੇ ਦੇ ਵਿੱਚ ਇੱਕ ਮੈਂ ਦਰਬਾਰ ਦੇਖ ਰਿਹਾ, ਉੱਥੇ ਘੋੜੇ, ਬੋਤੇ, ਮੇਲਾ ਲੱਗਿਆ ਪਿਆ। ਅੱਛਾ। ਇੱਕ ਪਾਸੇ ਪੂਰਾ ਸਰੋਵਰ ਹੈ। ਮੈਂ ਹਜੇ ਜਗ੍ਹਾ ਦੇਖੀ ਨਹੀਂ, ਉਹ ਮੈਂ ਸੁਪਨੇ ਦੇ ਵਿੱਚ ਦੇਖ ਰਿਹਾ। ਅੱਛਾ। ਤੇ ਦੂਜੇ ਦਿਨ ਸਵੇਰੇ ਉਹਨਾਂ ਦਾ ਫੋਨ ਆਇਆ, ਕਹਿੰਦੇ ਵੀ ਆਪਣਾ ਅੱਜ ਵੀਰਵਾਰ ਹੈ ਜੇ ਮਤਲਬ ਜੇ ਤੁਹਾਡੇ ਕੋਲ ਟਾਈਮ ਹੋਵੇ। ਮੈਂ ਕਿਹਾ ਹਾਂ ਯਾਰ ਚੱਲਦੇ ਹਾਂ। ਮੈਂ ਕਿਹਾ ਰਾਤ ਨੂੰ ਮੈਨੂੰ ਸੁਪਨਾ ਵੀ ਆਇਆ ਕੁਝ ਇਸ ਤਰ੍ਹਾਂ। ਅਸੀਂ ਚਲੇ ਗਏ ਜੀ ਉੱਥੇ ਕੁਲਦੀਪ ਮਾਨਕ ਜੀ ਬੈਠੇ, ਉੱਥੇ ਮੁਹੰਮਦ ਸਦੀਕ ਸਾਹਿਬ ਬੈਠੇ, ਤੇ ਸਾਈਂ ਜੀ ਸਾਡੇ ਚਸ਼ਮਾ ਲੱਗਿਆ, ਕਾਲਾ ਚਸ਼ਮਾ, ਔਰ ਟਾਕੀਆਂ ਵਾਲਾ ਉਹਨਾਂ ਦਾ ਝੱਗਾ ਪਾਇਆ ਕਾਲਾ, ਤੇ ਹੱਥ 'ਚ ਡਾਂਗ। ਚੜ੍ਹਦੀ ਉਮਰ ਦਾ ਜਿਹੜਾ ਹੁੰਦਾ ਨਾ ਜੀ ਇੱਕ ਜੋਸ਼, ਔਰ ਉਹ ਵੀ ਫਕੀਰੀ। ਉਸ ਤੋਂ ਪਹਿਲਾਂ ਉਹਨਾਂ ਦੇ ਜੋਗ ਸੀਗਾ, ਬਹੁਤ ਵੱਡਾ ਭਾਰੀ ਜੋਗ ਸੀਗਾ ਜਟਾਵਾਂ ਦਾ ਹੁੰਦਾ। ਅੱਛਾ। ਸੋ ਉਸ ਅਵਸਥਾ ਦੇ ਵਿੱਚ ਬੈਠੇ ਜਾ ਕੇ ਮੈਨੂੰ ਛਿੰਦਾ ਜੀ ਜਾਂਦੇ ਦੱਸ ਰਹੇ ਆ ਕਿ ਉਹ ਜੋ ਗੱਲ ਕਹਿਣ, ਕੋਈ ਬਹੁਤਾ ਉਹਦੇ 'ਚ ਸਵਾਲ ਸਵੂਲ ਨਾ ਕਰੇ, ਤੇ ਕੋਈ ਚੀਜ਼ ਦੇਣ ਤੇ ਉਹਨੂੰ ਨਾ ਨੁੱਕਰ ਨਾ ਕਰਨਾ, ਚੁੱਪ ਕਰਕੇ ਲੈ ਲੈਣਾ, ਸਵੀਕਾਰ ਕਰ ਲੈਣਾ। ਸੋ ਇਹ ਗੱਲਾਂ ਸਮਝਾਈਆਂ ਉਹਨਾਂ ਨੇ। ਤੇ ਜਦੋਂ ਅੰਦਰ ਗਏ, ਉੱਥੇ ਜਦ ਬੈਠੇ ਤੇ ਮੈਂ ਕਿਹਾ ਸਾਈਂ ਜੀ ਚਲਦੇ ਗੱਲਾਂ। ਹਾਂ ਬਈ ਗੁਰਦਾਸ ਕੀ ਦੇਖਿਆ ਫਿਰ? ਮੈਂ ਕਿਹਾ ਜੀ ਮੈਂ ਤਾਂ ਰਾਤ ਨੂੰ ਮੈਂ ਸੁਪਨੇ 'ਚ ਦੇਖ ਲਈ ਸੀ ਜਗ੍ਹਾ। ਕਹਿੰਦਾ ਬਸ ਬਾਲੇ ਪਰਦੇ ਨਹੀਂ ਖੋਲੀ ਦੇ ਹੁੰਦੇ, ਭੇਦ 'ਚ ਪਰਦਾ। 7 ਵਜੇ ਉਹਨਾਂ ਨੇ ਆਪਣਾ ਚਸ਼ਮਾ ਲਾ ਕੇ ਮੈਨੂੰ ਐਂ ਦਿੱਤਾ, ਔਰ ਹੱਥ ਮੇਰਾ ਇੱਥੇ ਹੀ ਹੈ ਉਹਨਾਂ ਦਾ। ਕਹਿੰਦੇ ਦੇਖ ਜਰਾ ਠੀਕ ਹੈ। ਮੈਂ ਇਸ ਤਰ੍ਹਾਂ ਹਿਲਾ ਕੇ ਦੇਖਿਆ। ਮੈਂ ਕਿਹਾ ਜੀ ਥੋੜਾ ਜਿਹਾ ਢਿੱਲਾ ਹੈ। ਇਸੇ ਤਰ੍ਹਾਂ ਖਿੱਚ ਲਿਆ ਉਹਨਾਂ ਨੇ ਉਸੇ ਵੇਲੇ, ਸ਼ਾਇਦ ਹੱਥ ਉੱਥੇ ਰੱਖੇ ਇਸ ਕਰਕੇ ਸੀ, ਖਿੱਚ ਲਿਆ। ਕਹਿੰਦੇ ਜਦੇ ਫਿੱਟ ਆ ਗਿਆ ਉਹਦੇ ਲੈ ਲਈ। 5 ਸਾਲਾਂ ਬਾਅਦ ਮੇਰੀ ਵਾਈਫ ਦੀਆਂ ਅੱਖਾਂ ਬਹੁਤ ਜ਼ਿਆਦਾ ਖਰਾਬ ਹੋਈਆਂ, ਭਾਰ ਇੰਨਾ ਵੱਧ ਗਿਆ, ਥਾਇਰਾਇਡ ਦੀ ਪ੍ਰੋਬਲਮ, ਸਾਰੇ ਚੈੱਕ ਕਰਵਾਇਆ, ਸਭ ਕੁਝ ਚੈੱਕ ਕਰਵਾਇਆ, ਪਰ ਕੁਝ ਨਹੀਂ ਉਹਦੇ 'ਚ ਬਣਿਆ। ਇਸ ਦੌਰਾਨ ਤੁਸੀਂ ਨਹੀਂ ਮਿਲੇ? 5 ਸਾਲਾਂ ਦੇ ਵਿੱਚ ਅਸੀਂ ਨਹੀਂ ਮਿਲੇ। ਰਾਈਟ। ਉਹ ਅੱਖਾਂ ਜਦੋਂ ਇੰਨੀ ਤਬੀਅਤ ਖਰਾਬ ਹੋ ਗਈ, ਸਾਰੇ ਡਾਕਟਰਾਂ ਤੋਂ ਚੈੱਕ ਕਰਵਾਇਆ, ਸਭ ਕੁਝ ਕਰਵਾ ਲਿਆ। ਫਿਰ ਸਾਡੇ ਮਿੱਤਰ ਪਿਆਰੇ ਦਵਿੰਦਰ ਖੰਨੇ ਵਾਲਾ ਸ਼ਾਇਰ, ਉਹਨੇ ਆਵਾਜ਼ ਮਾਰੀ, ਕਹਿੰਦੇ ਯਾਰ ਇੱਥੇ ਸਾਡੇ ਨਾ ਜੋਤਸ਼ੀ ਹੈ, ਹੋ ਸਕਦਾ ਕੋਈ ਉਪਾਅ ਦੱਸ ਦੇ।
उन्होंने ਜਦੋਂ ਦੇ ਘਰੇ ਗਏ ਅਸੀਂ ਉਹਨਾਂ ਨੇ ਕਹਿੰਦਾ ਜੀ ਤੁਹਾਡੇ ਤੇ ਰਾਹੂ ਕੇਤੂ ਦਾ ਚੱਕਰ ਹੈ ਇਹ ਉਪਾਅ ਕਰਨਾ ਪਏਗਾ ਉਹ ਉਪਾਅ ਕਰਨਾ ਪਏਗਾ ਮਰਦਾ ਕੀ ਨਹੀਂ ਕਰਦਾ ਬੰਦਾ ਹਰ ਜਗ੍ਹਾ ਤੇ ਜਾਂਦਾ ਹੈ ਸਾਰੇ ਹੋਇਆ ਉੱਥੋਂ ਚੱਲ ਪਿਆ ਸੀ ਗੱਡੀ ਵਾਪਸ ਪਟਿਆਲੇ ਨੂੰ ਮੋੜਨ ਲੱਗੇ ਨਾ ਮੈਂ ਕਿਹਾ ਮਨਜੀਤ ਇੱਕ ਜਗ੍ਹਾ ਹੋਰ ਰਹਿ ਗਈ ਉੱਥੇ ਚੱਲ ਕੇ ਆਈਏ ਕਹਿੰਦੇ ਕਿੱਥੇ ਮੈਂ ਕਿਹਾ ਜਿੱਥੇ ਆਪਾਂ ਉਦੋਂ ਗਏ ਸੀ ਚੱਲ ਪਏ ਹੁਣ ਮੈਂ ਬੈਠਾ ਹਾਂ ਮਨਜੀਤ ਆਪਣੀ ਜਗ੍ਹਾ ਤੇ ਬੈਠੀ ਹੈ ਗੱਡੀ ਦੇ ਵਿੱਚ ਜਾ ਰਹੇ ਹਾਂ ਅਸੀਂ ਤੇ ਸੋਚਦਾ ਜਾ ਰਿਹਾ ਮੈਂ ਮੇਰੇ ਘੜੀ ਬੰਨੀ ਹੁੰਦੀ ਸੀ ਰੇਮੰਡ ਵੈਲ ਦੀ ਉਹਦੇ ਛੋਟੇ 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 ਹੀਰੇ ਜਿਹੇ ਜੜੇ ਹੁੰਦੇ ਸੀ ਮੈਂ ਕਿਹਾ ਸਾਈਂ ਜੀ ਨੂੰ ਕੀ ਦੇਵਾਂਗਾ ਮੈਂ ਆਪਣੇ ਨਾਲ ਗੱਲਾਂ ਕਰ ਰਿਹਾ ਮੈਂ ਘੜੀ ਦੇ ਦੂੰਗਾ ਚਲ ਹੋ ਗਈ ਗੱਲ ਮੈਂ ਇਸੇ ਤਰ੍ਹਾਂ ਚਲੇ ਮਾਲ ਕਿਰਪਾ ਕਰੇ ਦਾਤਾ ਮਿਹਰ ਕਰੇ ਅਸੀਂ ਉੱਥੇ ਪਹੁੰਚੇ ਜੀ ਉਹ ਉੱਥੇ ਗੱਲਾਂ ਚੱਲ ਰਹੀਆਂ ਪਹਿਲਾਂ ਅੱਛਾ ਕਿ ਤੁਸੀਂ ਹੀਰਿਆਂ ਵਾਲੀ ਘੜੀ ਦੇਖੀਏ ਪਹਿਲਵਾਨ ਦੇ ਮੁੰਡੇ ਨੂੰ ਕਹਿ ਰਹੇ ਹੋ ਤੈਨੂੰ ਅੱਜ ਹੀਰਿਆਂ ਵਾਲੀ ਘੜੀ ਦਿੰਨੇ ਆ ਤੇ ਅਸੀਂ ਉੱਥੇ ਪ੍ਰਵੇਸ਼ ਕੀਤਾ ਤਾਂ ਉਹਨਾਂ ਨੇ ਅੰਦਰੋਂ ਆਵਾਜ਼ ਦਿੱਤੀ ਕਹਿੰਦੇ ਜੀ ਗੁਰਦਾਸ ਮਾਨ ਆਇਆ ਜੀ ਉਹਨਾਂ ਦਾ ਮੂੰਹ ਦੂਜੇ ਪਾਸੇ ਸੀ ਜਿਵੇਂ ਜਾਣ ਕੇ ਫੇਰ ਲਿਆਉਂਦਾ ਨਾ ਭਗਤਾਂ ਕੀ ਚਾਲ ਨਿਰਾਲੀ ਉਧਰ ਮੂੰਹ ਫੇਰਿਆ ਗਿਆ ਤੇ ਆ ਗਿਆ ਜੀ ਗੁਰਦਾਸ ਆ ਗਿਆ ਕਹਿੰਦੇ ਆ ਗਿਆ ਇੰਤਜ਼ਾਰ ਕਰ ਰਹੇ ਸੀ ਯਾਰ ਵੀ ਹਾਂ ਆ ਗਿਆ ਜੀ ਲਓ ਜੀ ਹੁਣ ਅਸੀਂ ਬੈਠੇ ਉੱਥੇ ਤੇ ਜਦੋਂ ਉਹਨਾਂ ਦੇ ਕੋਲੇ ਬੈਠੇ ਤਾਂ ਸਾਈਂ ਜੀ ਨੇ ਟਰਨ ਕੀਤੀ ਉਹਨਾਂ ਦੇ ਚਰਨਾਂ 'ਚ ਪ੍ਰਵੇਸ਼ ਦਾ ਬਸ ਰੋਣਾ ਹੀ ਨਿਕਲ ਗਿਆ ਜਦੋਂ ਉਹਨਾਂ ਨੇ ਇਹ ਗੱਲ ਕਹੀ ਯਾਰ ਤੁਸੀਂ ਸਾਡੇ ਕੋਲੇ ਕਿੱਥੇ ਆਉਨੇ ਹੋ ਤੁਸੀਂ ਤਾਂ ਰਾਹੂ ਕੇਤੂ ਦੇ ਚੱਕਰ 'ਚ ਪਏ ਹੋ ਹੋਰ ਰੋਣਾ ਸ਼ੁਰੂ ਹੋ ਗਿਆ ਮਤਲਬ ਸਰੈਂਡਰ ਹੋ ਗਿਆ ਜੀ ਉਹ ਫਸਟ ਟਾਈਮ ਮੇਰੀ ਲਾਈਫ ਕਿਸੇ ਰੱਬ ਨੂੰ ਦੇਖਿਆ ਸੀ ਜਿਹਦੇ ਤੇ ਇੰਨਾ ਯਕੀਨ ਹੋ ਗਿਆ ਸੀ ਕਿ ਇਸ ਤੋਂ ਪਰਾਂ ਕੁਝ ਨਹੀਂ ਹੈ ਲੋਕ ਕਹਿੰਦੇ ਨੇ ਕਿ ਮਤਲਬ ਰੱਬ ਤੇ ਇੱਕੋ ਹੀ ਹੈ ਮੈਂ ਕਹਿੰਦਾ ਰੱਬ ਸਾਰੀ ਜਗ੍ਹਾ ਤੇ ਬੈਠਾ ਹੈ ਜੀ ਜਿਹੜੇ ਮਰਜ਼ੀ ਬੰਦੇ ਜੋ ਦੇਖ ਲਓ ਜਿੱਥੇ ਤੁਹਾਡਾ ਦਿਲ ਪਸੀਜੇ ਜਿੱਥੇ ਤੁਹਾਡਾ ਦਿਲ ਕਰੇ ਕਿ ਮੈਨੂੰ ਮੱਥਾ ਟੇਕਣਾ ਹੈ ਤੇ ਉਹ ਫਿਰ ਰੱਬ ਨਹੀਂ ਤੇ ਹੋਰ ਕੀ ਹੈ ਮੈਂ ਅੰਦਰ ਸੋਚੀ ਜਾਣਾ ਮੈਨੂੰ ਬਖਸ਼ ਦਿਓ ਜੀ ਮਤਲਬ ਪਤਾ ਨਹੀਂ ਜੋ ਵੀ ਭੁੱਲਾਂ ਹੋਈਆਂ ਹੋਣਗੀਆਂ ਮੈਨੂੰ ਬਖਸ਼ ਦਿਓ ਬਖਸ਼ ਦਿਓ ਬਖਸ਼ ਦਿਓ ਬਖਸ਼ ਦਿਓ ਉਹ ਆਪਣੇ ਮੂੰਹ 'ਚ ਬੋਲੀ ਜਾ ਰਹੇ ਜਾ ਬਖਸ਼ਤਾ ਜਾ ਬਖਸ਼ਤਾ ਜਾ ਬਖਸ਼ਤਾ ਅੱਛਾ ਤੇ ਗੁਰੂ ਉਹੀ ਹੁੰਦਾ ਜਿਹੜਾ ਬਿਨਾਂ ਬੋਲੇ ਤੋਂ ਬਾਤ ਜਾਣੇ ਸਕਦਾ ਤੁਹਾਡੇ ਦਿਲ ਵਿੱਚ ਕੀ ਹੈ ਤੁਹਾਡੇ ਘਰੇ ਕੀ ਹੈ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਕੀ ਦੇਣਾ ਇਹ ਫਕੀਰ ਹੀ ਜਾਣ ਸਕਦਾ ਇਹ ਗੁਰੂ ਜਾਣ ਸਕਦਾ ਸਤਿਗੁਰੂ ਜਾਣ ਸਕਦਾ ਸੋ ਉਸ ਤੋਂ ਬਾਅਦ ਫਿਰ लागी तुझसे लगन मीरा हो गई मगन मैं अपनी सुध बुध खो बैठी मैं तेरे दर्दी हो बैठी उस दिन तो बाद हुण तक उन्हां दी किरपा है जिहड़ी बस अपनी चरनी लाई रखे निभाई रखे बहुत बहुत तड़े होते बख्शिश है रियली रियली बख्शिश है कित्थे मिलदी है ਤੁਹਾਡੇ ਦੋ ਐਕਸੀਡੈਂਟ ਵੀ ਹੋਏ ਇਹ ਵੀ ਉਹਨਾਂ ਨੇ ਦੇਖੋ ਮਿੱਤਰਾਂ ਦੇ ਪਿੰਡ ਦੀਆਂ ਰਾਵਾਂ ਨੇ ਬਚਾ ਲਿਆ ਘਰਾਂ ਵਿੱਚ ਬੈਠੀਆਂ ਜੋ ਪੁੱਤਾਂ ਦੀ ਉਡੀਕ ਲਈ ਐਸੀਆਂ ਕਰੋੜਾਂ ਲੱਖਾਂ ਮਾਵਾਂ ਨੇ ਬਚਾ ਲਿਆ ਵੇਲਾ ਸਾਡਾ ਆ ਗਿਆ ਸੀ ਜੱਗ ਉੱਤੋਂ ਜਾਣ ਦਾ ਪਰ ਮਾਨ ਮਰ ਜਾਣੇ ਨੂੰ ਦੁਆਵਾਂ ਨੇ ਬਚਾ ਲਿਆ ਬਿਲਕੁਲ ਮਿੱਤਰਾਂ ਦੇ ਪਿੰਡ ਦੀਆਂ ਰਾਵਾਂ ਨੇ ਕਿਉਂਕਿ ਉਸ ਵੇਲੇ ਉਹਨਾਂ ਦੇ ਜਾ ਰਹੇ ਸੀ ਅੱਛਾ ਨਕੋਦਰ ਜਾ ਰਹੇ ਸੀ ਤੁਸੀਂ ਈਟੀਸੀ ਦਾ ਉਦੋਂ ਪ੍ਰੋਗਰਾਮ ਸੀਗਾ ਮਾਨ ਹੀ ਮਾਨ ਪ੍ਰੋਗਰਾਮ ਦੂਜੇ ਦਿਨ ਅਸੀਂ ਸਾਈਂ ਜੀ ਦੇ ਵੱਲ ਜਾਣਾ ਸੀ ਅਸੀਂ ਰਸਤੇ ਜਾਂਦੇ ਕਿਉਂਕਿ ਰਾਤ ਨੂੰ ਸੁੱਤੇ ਹੀ ਨਹੀਂ ਰਾਈਟ ਮਨਜੀਤ ਦੀ ਤਬੀਅਤ ਖਰਾਬ ਹੋ ਗਈ ਸਾਰੀ ਰਾਤ ਉਹਨਾਂ ਦੀ ਤਿਮਾਰਦਾਰੀ 'ਚ ਲੱਗੇ ਰਹੇ 12-1 ਵਜੇ ਬਾਅਦ ਉਹਨਾਂ ਨੇ ਆਪ ਹੀ ਕਿਹਾ ਕਹਿੰਦੇ ਤੁਸੀਂ ਉੱਥੇ ਜਾਓ ਅੱਛਾ ਮੈਂ ਰੈਸਟ ਕਰਦੇ ਅਸੀਂ ਚੱਲੇ ਮੇਰੇ ਨਾਲ ਤੇਜਪਾਲ ਸੀ ਮੁੰਡਾ ਮੈਂ ਕਿਹਾ ਯਾਰ ਤੇਜਪਾਲ ਮੈਂ ਪਹਿਲੀ ਸੀਟ ਤੇ ਬੈਠਾ ਸੀ ਡਰਾਈਵਰ ਸੀਟ ਨਾਲ ਮੇਰੇ ਉਹਨੇ ਪਹਿਲੀ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮੂੰਹੋਂ ਕਿਹਾ ਬਾਈ ਜੀ ਤੁਸੀਂ ਜੋ ਪਾਠ ਕਰ ਲਓ ਸੌਣਾ ਸੌਂ ਲਿਓ ਪਰ ਬੈਲਟ ਲਾ ਲਓ ਹੋ ਸਕਦਾ ਉਹਨੇ ਆਪ ਨਾ ਲਾਈ ਹੋਵੇ ਮੈਨੂੰ ਨਹੀਂ ਪਤਾ ਮੈਨੂੰ ਯਾਦ ਨਹੀਂ ਅੱਗੇ ਗਏ ਕਿਹੜੇ ਵੇਲੇ ਕੰਮ ਹੋ ਗਿਆ ਉੱਥੇ ਫਿਰ ਅੱਖਾਂ ਖੁੱਲੀਆਂ ਜਦੋਂ ਖੁਮਾਰੀ ਉਤਰ ਗਈ ਬੈਠੀ ਸਾਡੇ ਨਾਲ ਸਵਾਰੀ ਉਤਰ ਗਈ ਉਹਨਾਂ ਦੀ ਡੈਥ ਹੋ ਗਈ ਸੀ ਤੇਜਪਾਲ ਹਾਂਜੀ ਹਾਂ ਉਹਦੇ ਤੇ ਫਿਰ ਗੀਤ ਲਿਖਿਆ ਸੀ ਜੀ ਉਹਦੇ ਮੂਹਰੇ ਸ਼ਬਦ ਬੋਲੇ ਸੀਗੇ ਮਿੱਤਰਾਂ ਦੇ ਪਿੰਡ ਦੀਆਂ ਰਾਵਾਂ ਨੇ ਬਚਾ ਲਿਆ ਉਹਨੂੰ ਪਹਿਲਾਂ ਕਹਿਤਾ ਸੀ ਸਾਈਂ ਜੀ ਨੇ ਜਦੋਂ ਅਸੀਂ ਕੈਨੇਡਾ ਜਾਣਾ ਸੀ ਸਾਈਂ ਜੀ ਕਹਿੰਦੇ ਉਹ ਗੱਡੀ ਦੇ ਉੱਤੇ ਭਾਰੀ ਹੈ
इस गड्डी ਨੂੰ 2 ਦਿਨਾਂ ਵਾਸਤੇ ਦਰਬਾਰ 'ਚ ਛੱਡ ਜੀ। ਇਹ ਬੋਲ ਜਿਹੜੇ ਫਕੀਰ ਹੁੰਦੇ ਆ ਬੋਲਾਂ ਦੇ ਪੱਕੇ ਹੁੰਦੇ ਆ ਜੀ। ਉਹ ਕਿਉਂਕਿ ਅਸੀਂ ਚਲੇ ਗਏ, ਹੁਣ ਸਾਡਾ ਪੀਆ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ। ਸੋ ਉਹ ਦਿੱਲੀ ਚਲਾ ਗਿਆ, ਦਿੱਲੀ ਚਲਾ ਗਿਆ, ਬਸ ਉਹ ਆਪਣੇ ਘਰ ਵਾਲਿਆਂ ਦੇ ਨਾਲ, ਪਰਿਵਾਰ ਦੇ ਨਾਲ, ਮਿੱਤਰਾਂ ਪਿਆਰਿਆਂ ਦੇ ਨਾਲ ਭੁੱਲ ਭੁਲਾ ਗਿਆ। ਫਿਰ ਬਾਅਦ ਚੋਂ ਇੱਕ ਦਿਨ ਯਾਦ ਆਇਆ ਵੀ ਮੈਂ ਗੱਡੀ ਛੱਡਣੀ ਸੀਗੀ। ਉਹ ਅੰਮ੍ਰਿਤਸਰ ਜਾ ਰਹੇ ਸੀਗੇ। ਅੰਮ੍ਰਿਤਸਰ ਉਹ ਬੀਅਰ ਬੂਰ ਪੀਤੀ ਸੀ ਉਹਨਾਂ ਦੀ। ਅੱਛਾ। ਹਾਂ, ਉਹ ਫਿਰ ਛੱਡਣਾ ਕਾਹਦਾ ਛੱਡਣਾ ਹੋਇਆ। ਚੱਲ ਇੱਥੋਂ ਦੀ ਲੰਘਦੇ ਆ ਤੇ ਇੱਧਰ ਨੂੰ ਲੰਘਲ ਚ ਵੀ ਗੱਡੀ ਛੱਡ ਜਾਣ। ਉਹਨੂੰ ਸਾਈਂ ਜੀ ਕਹਿੰਦੇ ਗੱਡੀ ਦੇ ਵਿੱਚ ਦਾਰੂ ਵੀ ਪਈ ਹੈ। ਉਹਨਾਂ ਨੂੰ ਕੌਣ ਕਵੇ ਵੀ ਨਹੀਂ ਪਈ, ਪਈ ਹੋਊਗੀ ਤਾਂ ਹੀ ਗੱਡੀ ਛੱਡਣਾ ਹੈ ਕਿ ਆਪਣੇ ਯਾਰਾਂ ਦੇ ਨਾਲ ਪਿਕਨਿਕ ਮਨਾਉਣਾ ਹੈ। ਇਹ ਬੋਲ ਸੀ ਇਹ ਗੱਡੀ ਛੱਡ ਕੇ ਜਾਣੀ ਸੀ, ਤੂੰ ਉਸੇ ਦਿਨ ਹੀ ਆ ਜਾਣਾ ਸੀ ਗੱਡੀ ਛੱਡ ਜਾਣੀ। ਸੋ ਉਹ ਮਤਲਬ ਸੰਭਾਲਣਾ ਚਾਹੁੰਦੇ ਸੀ ਉਸ ਮੌਕੇ ਨੂੰ, ਪਰ ਨਹੀਂ ਸੰਭਲ ਸਕੇ, ਉਹਦੇ ਤੇ ਭਾਰੀ ਸੀ। ਸੋ ਗੱਡੀ ਨੇ ਉਸ ਦਿਨ 3 ਪਲਟੀਆਂ ਖਾਧੀਆਂ। 3 ਪਲਟੀਆਂ ਦੇ ਖਾਧੀਆਂ ਤਾਂ ਵਿੱਚੋਂ ਜਦੋਂ ਸਿੱਧੀ ਕੀਤੀ ਗੱਡੀ, ਹਲੂਣ ਹਲਾਣ ਕੇ ਮੈਨੂੰ ਹੋਸ਼ ਆਈ ਹੌਲੀ 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 ਹੌਲੀ, ਕਿਉਂਕਿ ਮੱਥੇ ਵੱਜ ਚੁੱਕੀ ਸੀ। ਅੱਛਾ, ਪਹਿਲੇ ਬਲਪ੍ਰੀਤ ਜਿਹੜੇ ਪਹਿਲੇ ਵਾਰੀ ਲੱਗੀ ਮੇਰੀ ਇਧਰਲੇ ਪਾਸੇ ਲੱਗੀ। ਅੱਛਾ। ਦੂਜੀ ਵਾਰੀ ਲੱਗੀ ਇਧਰਲੀ ਅੱਖ ਤੇ ਲੱਗੀ। ਕੋਈ ਬਰਾਬਰ ਕਰਨੀ ਸੀ ਤਕੜੀ ਨਾ, ਇਹ ਤਕੜੀ ਨਾ ਆ ਨੱਕ ਵਿਚਾਲੇ ਐਂ ਲੱਗਦਾ ਜਿਵੇਂ ਤਕੜੀ ਦੇ ਤੋਲੇ ਹੁਣ ਪਾਸ ਹੋ ਜਾਣੇ। ਸੋ ਕੋਈ ਵਾਲ ਕੱਢਣੇ ਹੋਣੇ। ਇਸ ਐਕਸਪੀਰੀਅੰਸ ਨੇ ਤੁਹਾਨੂੰ ਕੁਝ ਬਦਲਿਆ ਥੋੜਾ ਜਿਹਾ, ਕੁਝ ਹੋਰ ਨਵੀਂ ਸੋਚ ਦਿੱਤੀ? ਕੁਝ ਨਹੀਂ, ਸੋਚ ਨਹੀਂ, ਆਪਣੇ ਯਾਰ ਦੇ ਨਾਲ ਹੋਰ ਪੱਕੇ ਹੋ ਗਏ ਨਾ ਕਿ ਦੇਖੋ ਕਿੱਥੋਂ ਕੱਢ ਕੇ ਲਿਆਂਦਾ। ਉਹ ਵੀ ਜਨਵਰੀ ਦੇ ਵਿੱਚ ਸੀਗਾ ਐਕਸੀਡੈਂਟ ਜੀ। ਜਿਹੜਾ ਦੂਜਾ ਹੋਇਆ ਕਰਨਾਲ ਦੇ ਵਿੱਚ, ਉਹ ਵੀ ਜਨਵਰੀ ਸੀ। 9 ਜਨਵਰੀ ਦੇ ਵਿੱਚ ਜਦੋਂ ਅਸੀਂ ਮਤਲਬ ਉਹ ਐਕਸੀਡੈਂਟ ਹੋਇਆ, ਉਸ ਤੋਂ ਬਾਅਦ ਜਦੋਂ ਅਸੀਂ ਸਿੱਧੇ ਹੋਏ, ਠੀਕ ਹੋਏ, ਤੇ ਪਹਿਲੀ ਵਾਰੀ ਰੁੜ ਕੇ ਗਾ ਕੇ ਆਏ। ਦੂਜੀ ਵਾਰੀ 20 ਤਰੀਕ ਨੂੰ ਹੋਇਆ ਤੇ ਮੇਰੇ ਖਿਆਲ 3-4 ਦਿਨਾਂ ਦੇ ਅੰਦਰ ਉਹ ਠੀਕ ਠੂਕ ਕਰਕੇ ਪੱਟੀਆਂ ਪੁੱਟੀਆਂ ਬੰਨ ਕੇ ਫਿਰ ਸਾਈਂ ਜੀ ਕਹਿੰਦੇ ਚੱਲ ਉੱਥੇ ਗਾ ਕੇ ਆ, ਰੁੜ ਕੇ ਕਰਾਂ। ਮੇਲਾ ਸੀ ਬਾਬਾ ਜੀ ਦਾ। ਮਤਲਬ ਉਹ 4 ਦਿਨਾਂ ਦੇ ਬਾਅਦ ਵੀ ਗਵਾ ਸਕਦੇ ਆ, ਤੁਹਾਡੇ ਮੌਤ ਦੇ ਬਿਸਤਰ ਤੋਂ ਉਠਾ ਕੇ ਤੁਹਾਨੂੰ 4 ਦਿਨਾਂ ਬਾਅਦ ਵੀ ਗਵਾ ਸਕਦੇ ਜੀ। ਉਹ ਐਕਸਪੀਰੀਅੰਸ ਇਹ ਸੀ ਕਿ ਮੇਰੇ ਇਧਰ ਗੋਡੇ ਤੇ 60 ਵਜੇ ਵੀ ਬੁਰੀ ਹਾਲਤ ਹੈ, ਸਿੱਧਾ ਮੈਥੋਂ ਹੋਇਆ ਨਹੀਂ ਜਾਂਦਾ। ਤੇ ਉੱਥੇ ਜਾ ਕੇ ਜਦੋਂ ਸਾਈਂ ਜੀ ਕੋਲੇ ਬੈਠੇ ਹੁਣ, ਉੱਥੇ ਬੈਠਣਾ ਪੈਂਦਾ ਔਰ ਮੈਨੂੰ ਬੈਠਣ ਨਾ ਦੇਣ। ਮੈਨੂੰ ਕਹਿੰਦੇ ਉਹ ਗੁਰਦਾਸ ਉਦਾਂ ਹੀ ਚੱਕ ਕੇ, ਉਹ ਯਾਰ ਉਹ ਟੇਪ ਲਿਆਈ ਚੱਕ ਕੇ, ਫਿਰ ਬੈਠਿਆ ਕਰਾਂ। ਥੋੜੀ ਦੇਰ ਬਾਅਦ ਫਿਰ ਉਹ ਫਲਾਣੀ ਚੀਜ਼ ਨਹੀਂ, ਮਤਲਬ ਮੈਨੂੰ ਉਠਾ ਕੇ ਮੇਰੇ ਜਿਹੜੇ ਵਾਲ ਸੀਗੇ ਨਾ ਸਾਰੇ ਅੰਦਰ ਦੇ, ਉਹ ਸਿੱਧੇ ਕਰਤੇ। ਫਿਰ ਉਹ ਸਭ ਕੁਝ ਕਰਾਉਣ ਤੋਂ ਬਾਅਦ ਕਹਿੰਦੇ ਕੱਲ ਉੱਥੇ ਮੇਲੇ 'ਚ ਗਾ ਕੇ ਜਾਈ, ਸ਼ਾਇਦ ਥੋੜਾ ਗਾ ਦੀ ਯਾਰ, ਥੋੜਾ ਹਾਜ਼ਰੀ ਲੱਗ ਜੂਗੀ, ਬਾਬੇ ਖੁਸ਼ ਹੋ ਜਾਣਗੇ। ਸੋ 1.5 ਘੰਟਾ ਗਾਇਆ ਜੀ ਬਲਪ੍ਰੀਤ। ਓ ਵਾਹ। ਹਾਂ, 1.5 ਘੰਟਾ ਪੱਟੀ ਬੰਨੀ ਦੇ ਵਿੱਚ ਗਾਇਆ। ਸੋ ਉਹ ਐਕਸਪੀਰੀਅੰਸ, ਉਹ ਜਿਹੜੇ ਤੁਸੀਂ ਪੁੱਛ ਰਹੇ ਸੀ ਨਾ ਕੋਈ ਇਹੋ ਜਿਹਾ ਐਕਸਪੀਰੀਅੰਸ ਜਿੱਥੇ ਤੁਹਾਨੂੰ ਨਸ਼ਾ ਆਇਆ ਹੋਵੇ ਜੀ, ਇਹ ਉਹ ਨਸ਼ਾ ਸੀ। ਆਪਣੇ ਯਾਰ ਦਾ ਨਸ਼ਾ, ਆਪਣੇ ਗੁਰੂ ਦਾ ਨਸ਼ਾ, ਆਪਣੇ ਪੀਰ ਦਾ ਨਸ਼ਾ। ਬੇਪੀਰੇ ਦਾ ਜੰਮਣ ਤੇ ਮਰਨ ਕੋਈ ਨਹੀਂ, ਉਹਦੀ ਬੰਦਗੀ ਵੀ ਕਿਸੇ ਕਾਰ ਦੀ ਨਹੀਂ ਜੀ, ਚਾਹੇ ਜਿੰਨੀ ਮਰਜ਼ੀ ਕਰੀ ਜਾਵੇ। ਸੌ ਰੱਬ ਦੀ ਵਲੀ ਨਹੀਂ ਹੋ ਸਕਦਾ ਜਦ ਤੱਕ ਲੱਗਦੀ ਮੋਹਰ ਸਰਕਾਰ ਦੀ। ਉਹਦੀ ਜਮਾਤ ਦੇ ਵਿੱਚ ਬੈਠੇ ਹੋ ਤੇ ਸਕੂਲ 'ਚ ਬੈਠੇ ਹੋ ਤੇ ਐਗਜ਼ਾਮੀਨੇਸ਼ਨ ਤਾਂ ਦੇਣੇ ਪੈਣੇ। ਸਾਈਂ ਜੀ ਕਹਿੰਦੇ ਹੁੰਦੇ ਕੀ ਹੋਇਆ ਜੀ 4 ਦਿਨ ਸਖਤ ਆ ਗਏ, ਸਦਾ ਇੱਥੇ ਮਜਬੂਰੀਆਂ ਰਹਿਣੀਆਂ ਨਹੀਂ। ਕੋਈ ਉਸ ਵੇਲੇ ਦੀ ਅਵਸਥਾ ਨੂੰ ਆਪਣੇ ਦਿਲ ਤੇ ਆਪਣੇ ਪੀਰੋ ਮੁਰਸ਼ਦ ਦਾ ਆਸਰਾ ਸਮਝ ਕੇ ਉਸ ਨੂੰ ਹੱਸ ਕੇ ਟਾਲ ਦਿੰਦਾ। ਕੋਈ ਗੱਲ ਨਹੀਂ ਯਾਰ, ਮਾਲਕ ਦੀ ਕਿਰਪਾ ਹੈ। ਕੁਝ ਲੋਕ ਇਸ ਤਰ੍ਹਾਂ ਦੇ ਹੋਣਗੇ ਹਮੇਸ਼ਾ ਹੀ, ਬੜੀ ਕਿਰਪਾ, ਬੜੀ ਕਿਰਪਾ, ਹਾਲਾਂਕਿ ਕੱਖ ਨਾ ਹੋਣ ਜੀ, ਪਰ ਉਹਨਾਂ ਦੀ ਗੱਲ ਦੇ ਵਿੱਚ ਇੰਨਾ ਸਵਾਦ ਹੁੰਦਾ ਕਿ ਗੁਰੂ ਦੀ ਕਿਰਪਾ ਹੈ। ਐਦੋਂ ਵਧੀਆ ਮੁਰੀਦੀ ਕੋਈ ਨਹੀਂ ਹੈ। ਅਸਲੀ ਮੁਰੀਦ ਉਹੀ ਹੈ ਜਿਹੜਾ ਉਹਦੀ ਹਰ ਰਜ਼ਾ ਦੇ ਵਿੱਚ ਰਾਜ਼ੀ ਰਹੇ। ਤੇਰਾ ਪਾਣਾ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ। कैसे कैसे बोल लिखे गए, कोई बात होएगी तो ही लिखिए।